ਜੇਤਾ ਸਮੁੰਦ ਸਾਗਰ ਨੀਰ ਭਰਿਆ, ਤੇਤੇ ਔਗਣ ਹਮਾਰੀ। ਦਇਆ ਕਰਹੁ ਕਿਛ ਮਿਹਰ ਉਪਾਵਹੁ, ਡੁੱਬਦੇ ਪੱਥਰ ਤਾਰੇ। ਪਰਮ ਸਤਿਕਾਰਯੋਗ ਸਾਹਿਬ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ, ਤਿਨਾਂ ਦੀ ਹਜ਼ੂਰੀ ਦੇ ਅੰਦਰ ਸੁਭਾਏਮਾਨ ਸਤ ਸੰਗੀ ਜਨੋ, ਵਡਭਾਗੇ ਹਾਂ। ਸਤਿਗੁਰੂ ਜੀ ਦੀ ਮੁਬਾਰਕ ਗੋਦ ਅੰਦਰ ਬੈਠ ਕੇ ਇਤਿਹਾਸ ਨੂੰ ਵਿਚਾਰਨ ਦਾ ਸੁਭਾਗ ਸਮਾਂ ਪ੍ਰਾਪਤ ਹੋਇਆ ਹੈ। ਸੋ ਕੱਲ੍ਹ ਆਪਾਂ ਇਤਿਹਾਸ ਦੀ ਵਿਚਾਰ ਕੀਤੀ ਸੀ। ਅਹਿਮਦ ਸ਼ਾਹ ਅਬਦਾਲੀ ਹਿੰਦੁਸਤਾਨ 'ਤੇ ਹਮਲਾ ਕਰਦਾ ਹੈ। ਪਾਣੀਪਤ ਦੇ ਅਸਥਾਨ 'ਤੇ ਮਰਹੱਟਿਆਂ ਦੇ ਨਾਲ ਜੰਗ ਹੁੰਦੀ ਹੈ, ਰਾਜਪੂਤਾਂ ਦੇ ਨਾਲ। ਅਤੇ ਇਸ ਜੰਗ ਦੇ ਦੌਰਾਨ ਬਹੁਤ ਜ਼ਿਆਦਾ ਮਰਹੱਟਿਆਂ ਦਾ ਨੁਕਸਾਨ ਕੀਤਾ ਜਾਂਦਾ ਹੈ ਅਹਿਮਦ ਸ਼ਾਹ ਅਬਦਾਲੀ ਦੇ ਵੱਲੋਂ। ਅਤੇ ਨਾਲ ਇਹ ਸ਼ਬਦ ਬੋਲੇ ਜਾਂਦੇ ਹਨ ਕਿ ਮੈਂ ਰਾਜਪੂਤ ਇੰਨੇ ਕੁ ਖਤਮ ਕਰ ਦਿੱਤੇ ਹਨ ਕਿ ਇਹਨਾਂ ਨੂੰ ਤਕਰੀਬਨ 2-3 ਪੀੜ੍ਹੀਆਂ ਲੱਗ ਜਾਣਗੀਆਂ ਆਪਣੇ ਪੈਰਾਂ 'ਤੇ ਖੜ੍ਹੇ ਹੋਣ ਦੇ ਲਈ। 2200 ਲੜਕੀਆਂ ਨੂੰ ਗੁਲਾਮ ਬਣਾ ਕੇ ਇਹ ਵਾਪਸ ਜਾ ਰਿਹਾ ਹੁੰਦਾ। ਜੱਸਾ ਸਿੰਘ ਆਹਲੂਵਾਲੀਆ, ਚੜ੍ਹਤ ਸਿੰਘ ਚਨਾਬ ਦਰਿਆ ਦੇ ਕਿਨਾਰੇ 'ਤੇ ਇਸ ਦੇ ਕੋਲੋਂ ਲੜਕੀਆਂ ਛਡਵਾਉਂਦੇ ਹਨ ਅਤੇ ਘਰੋਂ ਘਰੀ ਉਹ ਲੜਕੀਆਂ ਪਹੁੰਚਾਈਆਂ ਜਾਂਦੀਆਂ ਹਨ। ਇਨ੍ਹਾਂ ਹੀ ਦਿਨਾਂ ਦੇ ਵਿੱਚ ਜੈਨ ਖਾਨ ਦੇ ਨਾਲ ਸਿੱਖਾਂ ਦੇ ਵੱਲੋਂ ਜੰਗ ਕੀਤੀ ਜਾਂਦੀ ਹੈ। ਉਹ ਸਿਆਲਕੋਟ ਦੇ ਕਿਲ੍ਹੇ ਦੇ ਵਿੱਚ ਲੁਕ ਜਾਂਦਾ, ਛੁਪ ਜਾਂਦਾ ਅਤੇ ਰਾਤ ਨੂੰ ਭਿਖਾਰੀ ਦੇ ਰੂਪ ਦੇ ਵਿੱਚ ਉਹ ਦੌੜ ਜਾਂਦਾ ਵਾਪਸ ਅਫਗਾਨਿਸਤਾਨ ਵੱਲ। ਉਸ ਤੋਂ ਬਾਅਦ ਲਾਹੌਰ ਦੇ ਵਿੱਚ ਜਵੈਦ ਖਾਨ ਦੇ ਨਾਲ ਜੰਗ ਕੀਤੀ ਜਾਂਦੀ ਹੈ। ਉਹ ਵੀ ਲਾਹੌਰ ਦੇ ਵਿੱਚ ਛੁਪ ਗਿਆ ਸੀ, ਲੇਕਿਨ ਬਾਅਦ ਦੇ ਵਿੱਚ ਸਿੱਖਾਂ ਨੇ ਉਸ ਨੂੰ ਗ੍ਰਿਫਤਾਰ ਕਰਕੇ ਮਾਰ ਮੁਕਾਇਆ। ਇੱਕ ਸਰਬੱਤ ਖਾਲਸਾ ਕੀਤਾ ਜਾਂਦਾ ਹੈ। ਉਸ ਸਰਬੱਤ ਖਾਲਸਾ ਦੇ ਵਿੱਚ ਇਹ ਫੈਸਲਾ ਲਿਆ ਜਾਂਦਾ ਹੈ ਜੋ ਗਦਾਰ ਹਨ, ਜਿਨ੍ਹਾਂ ਨੇ ਸਿੱਖੀ ਦਾ ਨੁਕਸਾਨ ਕੀਤਾ ਹੈ, ਉਹਨਾਂ ਨੂੰ ਸੋਧਿਆ ਜਾਵੇ, ਖਤਮ ਕੀਤਾ ਜਾਵੇ। ਅਤੇ ਸਿੱਖ ਇਹ ਸਰਬੱਤ ਖਾਲਸਾ ਕਰਕੇ, ਇਹ ਫੈਸਲਾ ਕਰਕੇ, ਜੋ ਜੰਡਿਆਲੇ ਦਾ ਰਹਿਣ ਵਾਲਾ ਇੱਕ ਬਹੁਤ ਵੱਡਾ ਗਦਾਰ ਹੈ ਅਕਲਦਾਸ, ਉਸ ਨੂੰ ਘੇਰਾ ਪਾ ਲੈਂਦੇ ਹਨ। ਇੱਥੋਂ ਤੱਕ ਆਪਾਂ ਵਿਚਾਰ ਕੀਤੀ ਸੀ। ਅਗਲੀ ਵਿਚਾਰ ਆਰੰਭ ਕਰਨ ਤੋਂ ਪਹਿਲਾਂ ਗੁਰੂ ਫਤਿਹ ਪ੍ਰਵਾਨ ਕਰੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜੰਡਿਆਲੇ ਵਿਖੇ ਸਿੱਖ ਹਨ, ਉਹ ਅਕਲਦਾਸ ਨੂੰ ਘੇਰਾ ਪਾ ਕੇ ਬੈਠੇ ਹੋਏ ਹੈ। ਦੂਸਰੇ ਪਾਸੇ 1762 ਈਸਵੀ ਦਾ ਇਹ ਸਮਾਂ, ਅਹਿਮਦ ਸ਼ਾਹ ਅਬਦਾਲੀ ਆਪਣਾ ਅਗਲਾ ਹਮਲਾ ਕਰਨ ਦੇ ਲਈ ਅਫਗਾਨਿਸਤਾਨ ਤੋਂ ਹਿੰਦੁਸਤਾਨ ਆ ਰਹੇ ਹੈ ਅਤੇ ਉਸ ਦਾ ਮਕਸਦ ਹੈ ਕੇਵਲ ਸਿੱਖਾਂ ਨੂੰ ਖਤਮ ਕਰਨਾ। ਅਤੇ ਉਹ ਰੋਹਤਾਸ ਦੇ ਕਿਲ੍ਹੇ ਕੋਲ ਪਹੁੰਚ ਗਏ ਹੈ। ਅਕਲਦਾਸ ਦੇ ਵੱਲੋਂ ਸੁਨੇਹਾ ਭੇਜਿਆ ਜਾਂਦਾ ਹੈ, ਸਿੱਖ ਮੈਨੂੰ ਘੇਰਾ ਪਾ ਕੇ ਬੈਠੇ ਹੋਏ ਹੈ, ਤੁਸੀਂ ਸਿੱਧੇ ਜੰਡਿਆਲੇ ਆਇਓ। ਜਦੋਂ ਇਹ ਸੁਨੇਹਾ ਅਹਿਮਦ ਸ਼ਾਹ ਅਬਦਾਲੀ ਨੂੰ ਮਿਲਦਾ ਹੈ, ਉਹ ਬੜੀ ਹੀ
ਛੇਤੀ ਦੇ ਨਾਲ, ਜਲਦੀ ਦੇ ਨਾਲ ਰੋਹਤਾਸ ਦੇ ਕਿਲੇ ਦੇ ਕੋਲੋਂ ਰਵਾਨਾ ਹੁੰਦਾ ਹੈ। ਜੰਡਿਆਲੇ ਵਿਖੇ ਘੇਰਾ ਪਾਈ ਬੈਠੇ ਸਿੱਖਾਂ ਨੂੰ ਪਤਾ ਚੱਲ ਜਾਂਦਾ ਵੀ ਅਹਿਮਦ ਸ਼ਾਹ ਅਬਦਾਲੀ ਆ ਰਿਹਾ ਹੈ ਹਮਲਾ ਕਰਨ ਦੇ ਲਈ। ਸਿੱਖ ਇਹ ਜੰਡਿਆਲੇ ਵਿਖੇ ਅਕਲਦਾਸ ਨੂੰ ਛੱਡ ਕੇ ਆਪਣੇ ਪਰਿਵਾਰਾਂ ਨੂੰ ਨਾਲ ਲੈ ਕੇ ਬਰਨਾਲੇ ਏਰੀਏ ਦੇ ਵਿੱਚ ਜੋ ਕੋਪਰਹੀੜ ਹੈ, ਮਲੇਰਕੋਟਲਾ ਬਰਨਾਲੇ ਦੇ ਨੇੜੇ ਸ਼ਹਿਰ ਹੈ, ਇਸ ਜਗ੍ਹਾ 'ਤੇ ਬਹੁਤ ਵੱਡਾ ਜੰਗਲ ਹੈ, ਇਸ ਦੇ ਵਿੱਚ ਆ ਕੇ ਛੁਪ ਜਾਂਦੇ ਹਨ। ਇਸ ਜੰਗਲ ਦੇ ਵਿੱਚ ਆ ਕੇ ਸਿੱਖ ਰੁਕੇ ਹਨ, ਨਾਲ ਬੱਚੇ ਹਨ, ਔਰਤਾਂ ਹਨ, ਬਜ਼ੁਰਗ ਹਨ, ਸਮੁੱਚੇ ਪਰਿਵਾਰ ਨੇ। ਅਹਿਮਦ ਸ਼ਾਹ ਅਬਦਾਲੀ ਦਾ ਮਕਸਦ ਹੈ ਸਿੱਖ ਕੌਮ ਨੂੰ ਖਤਮ ਕਰਨਾ ਅਤੇ ਉਸਨੇ ਪਰਿਵਾਰਾਂ 'ਤੇ ਵੀ ਹਮਲਾ ਕਰਨਾ। ਇਸ ਕਰਕੇ ਸਮੁੱਚੀ ਕੌਮ ਹੈ ਜੋ ਉਹ ਇਸ ਜਗ੍ਹਾ 'ਤੇ ਮਲੇਰਕੋਟਲੇ ਵਿਖੇ ਜੰਗਲ ਦੇ ਵਿੱਚ ਪਹੁੰਚ ਗਈ ਹੈ। ਅਹਿਮਦ ਸ਼ਾਹ ਅਬਦਾਲੀ ਜੰਡਿਆਲੇ ਪਹੁੰਚਦਾ ਹੈ ਅੰਮ੍ਰਿਤਸਰ ਦੇ ਇਲਾਕੇ ਦੇ ਵਿੱਚ, ਅਤੇ ਉਸ ਨੂੰ ਜਦੋਂ ਇਹ ਪਤਾ ਚੱਲਦਾ ਵੀ ਜੋ ਸਿੱਖ ਹਨ ਉਹ ਮਲੇਰਕੋਟਲੇ ਵਿਖੇ ਪਹੁੰਚ ਗਏ ਹੈ, ਇੱਥੇ ਛੁਪੇ ਹੋਏ ਨੇ ਜੰਗਲ ਦੇ ਵਿੱਚ, ਅਤੇ ਉਹ ਉੱਥੋਂ ਬੜੀ ਹੀ ਤੇਜ਼ੀ ਦੇ ਨਾਲ ਰਵਾਨਾ ਹੁੰਦਾ ਹੈ। ਇੱਧਰ ਸਿੱਖ ਜੰਗਲ ਦੇ ਵਿੱਚ ਆਪਣੇ ਰਹਿਣ ਦਾ ਪ੍ਰਬੰਧ ਕਰ ਰਹੇ ਹੈ, ਟਿਕਾਣਾ ਕਰ ਰਹੇ ਹੈ, ਅਵੇਸਲੇ ਹੈ। ਜੋ ਸਿੱਖ ਕੌਮ ਦੇ ਆਗੂ ਨੇ ਉਹਨਾਂ ਨੇ ਮਨ ਹੀ ਮਨ ਦੇ ਵਿੱਚ ਇਹ ਇੱਕ ਫੈਸਲਾ ਕਰ ਲਿਆ ਵੀ ਜੇ ਜੰਡਿਆਲੇ ਤੋਂ ਅਹਿਮਦ ਸ਼ਾਹ ਅਬਦਾਲੀ ਇੱਥੇ ਪਹੁੰਚੇਗਾ ਤਾਂ ਉਸ ਨੂੰ ਘੱਟ ਤੋਂ ਘੱਟ ਤਕਰੀਬਨ 8-10 ਦਿਨ ਲੱਗਣਗੇ, ਕਿਉਂਕਿ ਫੌਜ ਹੈ ਉਹ ਪੈਦਲ ਸਫ਼ਰ ਕਰਦੀ ਹੈ ਨਾ। ਸਾਰੀ ਫੌਜ ਤਾਂ ਘੋੜਿਆਂ 'ਤੇ ਨਹੀਂ ਹੁੰਦੀ, ਕੁਝ ਹਾਥੀਆਂ 'ਤੇ ਹੁੰਦੇ ਹੈ, ਕੁਝ ਗੱਡਿਆਂ 'ਤੇ ਹੁੰਦੇ ਹੈ, ਕੁਝ ਪੈਦਲ ਵੀ ਹੁੰਦੇ ਹੈ, ਵੀ ਘੱਟ ਤੋਂ ਘੱਟ 8 ਤੋਂ 10 ਦਿਨ ਲੱਗਣਗੇ। ਪਰ ਅਹਿਮਦ ਸ਼ਾਹ ਅਬਦਾਲੀ ਨੇ ਇਹ ਸਫ਼ਰ ਸਿਰਫ 35 ਘੰਟਿਆਂ ਦੇ ਵਿੱਚ ਮੁਕਾਇਆ। ਉਹ ਬਹੁਤ ਛੇਤੀ ਦੇ ਨਾਲ ਆਇਆ ਹੈਗਾ, ਉਹਨੇ ਕੋਈ ਆਰਾਮ ਨਹੀਂ ਕੀਤਾ, ਕਿਤੇ ਵੀ ਰਾਤ ਨੂੰ ਨਾ ਦਿਨੇ ਕਿਤੇ ਨਹੀਂ ਰੁਕਿਆ ਉਹ। ਇੱਧਰ ਸਿੱਖ ਅਵੇਸਲੇ ਹੈ, ਉੱਧਰ ਅਹਿਮਦ ਸ਼ਾਹ ਅਬਦਾਲੀ ਬੜੀ ਤੇਜ਼ੀ ਦੇ ਨਾਲ ਪਹੁੰਚਿਆ, ਜਿਸ ਕਰਕੇ ਸਿੱਖਾਂ ਵੱਲੋਂ ਆਪਣੀ ਹਿਫਾਜ਼ਤ ਦੇ ਲਈ ਕੋਈ ਪ੍ਰਬੰਧ ਹੀ ਨਹੀਂ ਕੀਤਾ ਗਿਆ, ਕਿਉਂਕਿ ਸਿੱਖ ਸਮਝਦੇ ਆ ਵੀ 10 ਦਿਨ ਲੱਗਣਗੇ ਘੱਟ ਤੋਂ ਘੱਟ ਉਸ ਨੂੰ, ਪਰ ਉਹ 35 ਘੰਟਿਆਂ ਦੇ ਵਿੱਚ ਪਹੁੰਚ ਗਏ ਹੈ। ਜੇ ਆਪਾਂ 2 ਦਿਨਾਂ ਦਾ ਸਮਾਂ ਵਿਚਾਰੀਏ ਤਾਂ 48 ਘੰਟੇ ਬਣਦੇ ਹੈ, ਅਤੇ ਉਹ 35 ਘੰਟਿਆਂ ਦੇ ਵਿੱਚ ਪਹੁੰਚ ਰਿਹਾ। ਉਹਨੇ ਬੜਾ ਛੇਤੀ ਸਫ਼ਰ ਕੀਤਾ ਅਤੇ ਇਸ ਜੰਗਲ ਦੇ ਵਿੱਚ ਚਾਰੇ ਪਾਸਿਆਂ ਤੋਂ ਸਿੱਖ ਕੌਮ ਨੂੰ ਘੇਰਾ ਪਾ ਲਿਆ ਗਿਆ। ਆਖਰ ਇਹ ਜੰਗ ਬੜੀ ਭਿਆਨਕ ਟੱਕਰ ਸੀ। ਚੜ੍ਹਤ ਸਿੰਘ ਸ਼ੁਕਰ ਚੱਕੀਆ ਜੋ ਮਹਾਰਾਜਾ ਰਣਜੀਤ ਸਿੰਘ ਦਾ ਦਾਦਾ ਹੈ, ਜੱਸਾ ਸਿੰਘ ਆਹਲੂਵਾਲੀਆ ਅਤੇ ਜੋ ਹੋਰ ਆਗੂ ਸਨ, ਉਹਨਾਂ ਨੇ ਕੀ ਕੀਤਾ, ਕੌਮ ਨੂੰ ਬਚਾਉਣ ਦੀ ਖਾਤਰ ਜੋ ਬਜ਼ੁਰਗ ਸਨ, ਬਜ਼ੁਰਗ ਮਾਤਾਵਾਂ, ਬੱਚੇ, ਔਰਤਾਂ, ਉਹਨਾਂ ਨੂੰ ਘੇਰੇ ਦੇ ਵਿਚਕਾਰ ਲੈ ਲਿਆ। ਜੋ ਲੜਨ ਵਾਲੇ ਸਿੱਖ ਸਨ ਉਹ ਚਾਰੇ ਤਰਫ ਹੋ ਗਏ, ਵਿਚਕਾਰ ਆਪਣੇ ਪਰਿਵਾਰ ਕਰ ਲਏ ਵੀ ਤਾਂ ਕਿ ਪਰਿਵਾਰ ਦਾ ਨੁਕਸਾਨ ਨਾ ਹੋਵੇ। ਇੱਕ ਤਾਂ ਸਿੱਖ ਇੱਥੇ ਅਹਿਮਦ ਸ਼ਾਹ ਅਬਦਾਲੀ ਦੀਆਂ ਫੌਜਾਂ ਦੇ ਨਾਲ ਜੰਗ ਕਰ ਰਹੇ ਹੈ, ਦੂਸਰਾ ਉਹਨਾਂ ਦਾ ਇਹ ਵੀ ਧਿਆਨ ਹੈ, ਇਹ ਉਹਨਾਂ ਦੀ ਜ਼ਿੰਮੇਵਾਰੀ ਹੈ ਪਰਿਵਾਰਾਂ ਨੂੰ ਬਚਾਉਣ ਦੀ, ਅਤੇ ਤੀਸਰਾ ਉਹ ਨਾਲ ਦੀ ਨਾਲ ਸਫ਼ਰ ਵੀ ਕਰ ਰਹੇ ਆ ਵੀ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਇਸ ਘੇਰੇ ਦੇ ਵਿੱਚੋਂ ਬਾਹਰ ਨਿਕਲਿਆ ਜਾਵੇ। ਲੇਕਿਨ ਇਹ ਜੋ ਜੰਗ ਸੀ, ਇਹ ਜੋ ਹਮਲਾ ਸੀ ਸਿੱਖਾਂ ਦੇ ਉੱਪਰ, ਇਹ ਬਹੁਤ ਜ਼ਿਆਦਾ ਭਿਆਨਕ ਸੀ। ਇਸ ਜੰਗ ਦੇ ਦੌਰਾਨ ਤਕਰੀਬਨ 1 ਦਿਨ ਦੇ ਵਿੱਚ
ਇੱਕੋ ਹਮਲੇ ਦੇ ਵਿੱਚ 40,000 ਤੋਂ ਲੈ ਕੇ 50,000 ਤੱਕ ਸਿੱਖ ਬੱਚੇ, ਸਿੱਖ ਔਰਤਾਂ, ਬਜ਼ੁਰਗ ਜੋ ਸਿੱਖ ਸੂਰਮੇ ਜੰਗ ਕਰ ਰਹੇ ਸੀ ਸ਼ਹੀਦ ਹੋ ਗਏ। ਇੰਨਾ ਵੱਡਾ ਨੁਕਸਾਨ ਹੋਇਆ। ਮੈਂ ਪਿਛਲੇਰੇ ਦਿਨਾਂ ਦੇ ਵਿੱਚ ਇਹ ਗੱਲ ਕੀਤੀ ਸੀ ਵੀ ਜਦੋਂ ਗਰਜਾ ਸਿੰਘ ਤੇ ਬੋਤਾ ਸਿੰਘ ਇਹ ਦੋਵੇਂ ਇਸ਼ਨਾਨ ਕਰਕੇ ਆ ਰਹੇ ਹੁੰਦੇ ਆ ਤੇ ਇਹ ਇੱਕ ਆਮ ਲੋਕਾਂ ਦੇ ਕੋਲੋਂ ਇਹ ਗੱਲ ਸੁਣਦੇ ਆ ਵੀ ਸਿੱਖ ਤਾਂ ਦੁਨੀਆ ਦੇ ਵਿੱਚੋਂ ਖਤਮ ਹੋ ਗਏ ਆ, ਸਿੱਖਾਂ ਦੀ ਤਾਂ ਕੋਈ ਤਸਵੀਰ ਮਿਲ ਸਕਦੀ ਹੈ ਕਿਸੇ ਦੇ ਘਰੋਂ। ਜਿਹੜੀ ਕੌਮ ਦੇ ਬਾਰੇ ਇਹੋ ਜਿਹੀਆਂ ਗੱਲਾਂ ਪ੍ਰਚਲਿਤ ਹੋ ਜਾਣ, ਅਸੀਂ ਅੰਦਾਜ਼ਾ ਲਾ ਸਕਦੇ ਹਾਂ ਵੀ ਉਸ ਕੌਮ ਦੀ ਗਿਣਤੀ ਕਿੰਨੀ ਕੁ ਹੋਵੇਗੀ। ਬਹੁਤ ਜ਼ਿਆਦਾ ਘੱਟ ਹੋਣੀ ਹੈ। ਜਿਹੜੇ ਆਮ ਲੋਕ ਇਹ ਗੱਲਾਂ ਕਰਦੇ ਵੀ ਸਿੱਖ ਤਾਂ ਕੋਈ ਹੁਣ ਜਿਉਂਦਾ ਨਹੀਂ ਰਿਹਾ, ਇਹਦਾ ਮਤਲਬ ਵੀ ਬਹੁਤ ਜ਼ਿਆਦਾ ਗਿਣਤੀ ਘੱਟ ਸੀ ਸਿੱਖਾਂ ਦੀ। ਤੇ ਵਿਦਵਾਨ ਇਹ ਵੀ ਮੰਨਦੇ ਆ ਵੀ ਤਕਰੀਬਨ ਅੱਧੀ ਕੌਮ ਇਸ ਹਮਲੇ ਦੇ ਵਿੱਚ ਇੱਕੋ ਦਿਨ ਸ਼ਹੀਦ ਹੋਈ ਹੈ। 40,000 ਤੋਂ 50,000 ਤੱਕ ਸਿੱਖ ਹੈ ਉਹ ਸ਼ਹੀਦ ਹੋ ਗਏ ਹੈ। ਤਕਰੀਬਨ ਬਹੁਤ ਲੰਬੇਰੇ ਰਸਤੇ ਦੇ ਉੱਪਰ ਸਿੱਖਾਂ ਦੀਆਂ ਜੋ ਲਾਸ਼ਾਂ ਨੇ ਉਹ ਖਿਲਰੀਆਂ ਪਈਆਂ ਨੇ। ਇੰਨਾ ਵੱਡਾ ਨੁਕਸਾਨ ਹੋਇਆ ਕਈ ਮੀਲ ਦੀ ਦੂਰੀ ਤੱਕ। ਆਖਰ ਉਹ ਜੋ ਸਿੱਖ ਬਚੇ ਹਨ ਉਹ ਬਰਨਾਲੇ ਏਰੀਏ ਦੇ ਵਿੱਚ ਚਲੇ ਗਏ। ਜੋ ਆਲਾ ਸਿੰਘ ਇੱਕ ਮਿਸਲ ਦਾ, ਇਹਦੀ ਵੀ ਮਿਸਲ ਮੰਨੀ ਜਾਂਦੀ ਹੈ, ਇਸ ਦੇ ਕੋਲ ਚਲੇ ਗਏ ਹੈ। ਤੇ ਵਿਦਵਾਨ ਇਹ ਵੀ ਮੰਨਦੇ ਆ ਵੀ ਇਸ ਹਮਲੇ ਦੇ ਵਿੱਚ ਜਿਹੜੇ ਸਿੱਖ ਜਿਉਂਦੇ ਆਪਣਾ ਬਚਾਅ ਕਰਕੇ ਨਿਕਲ ਗਏ ਹੈ, ਤਕਰੀਬਨ ਹਰੇਕ ਦੇ ਸਰੀਰ ਦੇ ਉੱਪਰ 5 ਤੋਂ ਲੈ ਕੇ 7 ਤੱਕ ਫੱਟ ਲੱਗੇ ਹੋਏ ਸਨ। ਜੱਸਾ ਸਿੰਘ ਆਲੂਵਾਲੀਆ, ਚੜਤ ਸਿੰਘ ਸ਼ੁਕਰ ਚੱਕੀਆ, ਜਿਹੜੇ ਇਹ ਆਗੂ ਸਨ, ਇਹ ਬੜੇ ਸੂਝਵਾਨ ਸਨ, ਸਮਝਦਾਰ ਸਨ, ਹਥਿਆਰਾਂ ਦੇ ਮਾਹਰ ਸਨ। ਇਹਨਾਂ ਨੇ ਬਹੁਤ ਵਧੀਆ ਤਰੀਕੇ ਦੇ ਨਾਲ ਜੋ ਕੌਮ ਬਚਾਈ ਹੈ ਉਹਦੇ ਵਿੱਚ ਬਹੁਤ ਵਧੀਆ ਰੋਲ ਅਦਾ ਕੀਤਾ। ਆਖਰ ਸਿੱਖਾਂ ਨੇ ਤਾਂ ਉਸ ਸਮੇਂ ਜੋ ਅਰਦਾਸ ਬੇਨਤੀ ਕੀਤੀ ਹੈ ਅਕਾਲ ਪੁਰਖ ਵਾਹਿਗੁਰੂ ਦੇ ਚਰਨਾਂ ਦੇ ਵਿੱਚ, ਤਤ ਖਾਲਸਾ ਰਹਿ ਗਇਓ ਸੋ ਖੋਟ ਗਵਾਈ। ਹੁਣ ਇਹਦਾ ਮਤਲਬ ਇਹ ਨਹੀਂਗਾ ਵੀ ਜੋ ਖੋਟ ਸੀਗਾ ਉਹ ਖਤਮ ਹੋ ਗਿਆ, ਜਾਂ ਆਪਾਂ ਇਹ ਕਹਿ ਸਕਦੇ ਹਾਂ ਵੀ ਜੋ ਸਿੱਖ ਸ਼ਹੀਦ ਹੋ ਗਏ ਉਹਨਾਂ ਦੇ ਵਿੱਚ ਕੋਈ ਖੋਟ ਸੀ ਤੇ ਤਤ ਖਾਲਸਾ ਰਹਿ ਗਏ ਆ। ਨਹੀਂ, ਇਹਦਾ ਅਰਥ ਇਹ ਹੈ ਵੀ ਜੋ ਸਾਡੇ ਵਿੱਚ ਅਵੇਸਲਾਪਣ ਸੀ, ਜੋ ਸਾਡੇ ਵਿੱਚ ਕਮਜ਼ੋਰੀਆਂ ਸੀ, ਉਹ ਕਮਜ਼ੋਰੀਆਂ ਤੇ ਅਵੇਸਲਾਪਣ ਵੀ ਅੱਜ ਤੋਂ ਬਾਅਦ ਖਤਮ ਹੋ ਗਏ ਹੈ। ਅਸੀਂ ਜੋ ਇੱਥੇ ਸਾਡੇ ਕੋਲੋਂ ਇੱਕ ਅਵੇਸਲਾਪਣ ਵਰਤਿਆ ਗਿਆ, ਦੁਸ਼ਮਣ ਦਾ ਸਹੀ ਅੰਦਾਜ਼ਾ ਨਹੀਂ ਲੱਗਿਆ, ਅੱਗੇ ਤੋਂ ਇਸ ਤਰ੍ਹਾਂ ਦੀ ਗਲਤੀ ਕਦੇ ਨਹੀਂ ਹੋਵੇਗੀ। ਤਤ ਖਾਲਸਾ ਰਹਿ ਗਇਓ ਸੋ ਖੋਟ ਗਵਾਈ। ਜੋ ਸਿੱਖ ਸਨ ਉਹ ਆਲਾ ਸਿੰਘ ਦੇ ਕੋਲ ਗਏ ਹੈ। ਮੈਂ ਤੁਹਾਡੇ ਨਾਲ ਇਹ ਵੀ ਜ਼ਿਕਰ ਕਰਦਾ ਜਾਵਾਂ, ਜੋ ਕੈਪਟਨ ਅਮਰਿੰਦਰ ਸਿੰਘ ਪੰਜਾਬ ਦਾ ਮੁੱਖ ਮੰਤਰੀ ਬਣਿਆ ਕਈ ਵਾਰੀ, ਉਹਦੇ ਪਰਿਵਾਰ ਦੇ ਵਿੱਚੋਂ ਇਹ ਵਡੇਰਾ ਹੋਇਆ ਹੈਗਾ। ਇਹਦੇ ਨਾਮ ਤੇ ਹੀ ਪਟਿਆਲਾ ਸ਼ਹਿਰ ਵਸਿਆ ਹੋਇਆ ਹੈਗਾ। ਇਹਦੇ ਕੋਲ ਚਲੇ ਗਏ, ਇਸ ਦੇ ਕੋਲੋਂ ਮਦਦ ਮੰਗੀ ਗਈ ਵੀ ਤੂੰ ਸਾਡੀ ਮਦਦ ਕਰ। ਬਹੁਤ ਵੱਡਾ ਨੁਕਸਾਨ ਹੋਇਆ ਕੌਮ ਦਾ, 40-50 ਹਜ਼ਾਰ ਸਿੱਖ ਸ਼ਹੀਦ ਕਰਤੇ ਹੈ ਅਹਿਮਦ ਸ਼ਾਹ ਅਬਦਾਲੀ ਨੇ, ਤੇ ਤੁਸੀਂ ਸਾਡੀ ਮਦਦ ਕਰੋ। ਇਹ ਆਲਾ ਸਿੰਘ ਨੇ ਮਦਦ ਨਹੀਂ ਕੀਤੀ ਸਿੱਖਾਂ ਦੀ। ਇਹ ਕਹਿੰਦਾ ਵੀ ਅਹਿਮਦ ਸ਼ਾਹ ਅਬਦਾਲੀ ਬਹੁਤ ਵੱਡੀ ਤਾਕਤ ਹੈ, ਜੇ ਮੈਂ ਤੁਹਾਡੀ ਮਦਦ ਕੀਤੀ ਉਹਨੇ ਮੇਰੇ ਤੇ ਹਮਲਾ ਕਰਨਾ, ਮੇਰੀ ਵੀ ਰਿਆਸਤ ਦਾ ਨੁਕਸਾਨ ਹੋਵੇਗਾ, ਮੇਰਾ ਨੁਕਸਾਨ ਹੋਵੇਗਾ, ਇਸ ਕਰਕੇ ਮੈਂ ਤੁਹਾਡੀ ਮਦਦ ਨਹੀਂ ਕਰ ਸਕਦਾ। ਇਸ ਨੇ ਨਹੀਂ ਮਦਦ ਕੀਤੀ। ਅਹਿਮਦ ਸ਼ਾਹ ਅਬਦਾਲੀ ਇਸ ਹਮਲੇ ਦੇ ਵਿੱਚੋਂ ਇਤਿਹਾਸ ਦੇ ਵਿੱਚ ਜ਼ਿਕਰ ਆਉਂਦਾ ਵੀ ਗੱਡੇ ਭਰ ਕੇ ਸਿਰਾਂ ਦੇ ਲਾਹੌਰ ਵਿਖੇ ਲੈ ਕੇ ਗਿਆ।
ਉਹ ਜਾਂਦਾ ਹੋਇਆ ਲਾਹੌਰ ਟਿਕਿਆ ਹੈਗਾ। ਹੁਣ ਜਾਣਾ ਤਾਂ ਹੈ ਨਹੀਂ ਉਹਨੇ ਇਹ ਸਾਲ ਦੇ ਵਿੱਚ। ਇਹ ਜਿਹੜਾ ਹਮਲਾ ਹੈਗਾ ਇਹ ਫਰਵਰੀ ਮਹੀਨਾ 1762 ਈਸਵੀ ਨੂੰ ਹੋਇਆ। ਉਹ ਲਾਹੌਰ ਦੇ ਵਿੱਚ ਗੱਡੇ ਭਰ ਕੇ ਸਿਰਾਂ ਦੇ ਲੈ ਕੇ ਗਿਆ ਤੇ ਉੱਥੇ ਮੀਨਾਰ ਚਿਣੇ ਗਏ। ਮੀਨਾਰ ਚਿਣੇ ਗਏ। ਉਸਨੇ ਇਹ ਵੀ ਕਹਿਆ ਵੀ ਦਿੱਲੀ ਦੇ ਵਿੱਚ ਕਿਸੇ ਸਮੇਂ ਕਿਸੇ ਨੇ ਮੀਨਾਰ ਬਣਾਇਆ ਸੀ, ਪਰ ਮੈਂ ਸਿੱਖਾਂ ਦੇ ਸਿਰਾਂ ਦੇ ਮੀਨਾਰ ਚਿਣੇ ਆ। ਤੇ ਅਹਿਮਦ ਸ਼ਾਹ ਅਬਦਾਲੀ ਨੇ ਇੱਕ ਗੱਲ ਕਹੀ, ਲਾਹੌਰ ਦੇ ਵਿੱਚ ਬੈਠੇ ਹੋਏ ਨੇ, ਕਹਿੰਦਾ ਰਾਜਪੂਤਾਂ ਦਾ ਮੈਂ ਇੰਨਾ ਕੁ ਨੁਕਸਾਨ ਕੀਤਾ ਮਰਹੱਟਿਆਂ ਦਾ, ਉਹ ਤਕਰੀਬਨ 2-3 ਪੀੜ੍ਹੀਆਂ ਆਪਣੇ ਪੈਰਾਂ 'ਤੇ ਖੜ੍ਹੇ ਨਹੀਂ ਹੋ ਸਕਦੇ, ਪਰ ਮੈਂ ਸਿੱਖ ਕੌਮ ਦਾ ਇੰਨਾ ਨੁਕਸਾਨ ਕਰ ਦਿੱਤਾ, ਅੱਜ ਤੋਂ ਬਾਅਦ ਇਹ ਕਦੇ ਵੀ ਆਪਣੇ ਪੈਰਾਂ 'ਤੇ ਖੜੀ ਨਹੀਂ ਹੋਵੇਗੀ, ਇਹ ਕੌਮ ਕਦੇ ਵੀ ਸਾਡਾ ਮੁਕਾਬਲਾ ਨਹੀਂ ਕਰੇਗੀ। ਇਸ ਤਰ੍ਹਾਂ ਦੇ ਜੋ ਵਚਨ ਹਨ ਅਹਿਮਦ ਸ਼ਾਹ ਅਬਦਾਲੀ ਦੇ ਵੱਲੋਂ ਸਿੱਖਾਂ ਦੇ ਪ੍ਰਤੀ ਕਹੇ ਗਏ। ਲੇਕਿਨ ਇਸ ਹਮਲੇ ਤੋਂ ਬਾਅਦ ਅਪ੍ਰੈਲ 12-13 ਅਪ੍ਰੈਲ ਨੂੰ ਸਿੱਖ ਹਨ ਜਿਹੜੇ ਬਚ ਗਏ ਆ ਇਸ ਜੰਗ ਦੇ ਵਿੱਚੋਂ, ਉਹ ਮੁਕਤਸਰ ਵਿਖੇ ਸਰਬੱਤ ਖਾਲਸਾ ਕਰਦੇ ਹੈ। ਇਹ ਪਹਿਲੀ ਵਾਰ ਜੋ ਸਰਬੱਤ ਖਾਲਸਾ ਉਹ ਮੁਕਤਸਰ ਵਿਖੇ ਹੋ ਰਿਹਾ। ਪਹਿਲਾਂ ਦਰਬਾਰ ਸਾਹਿਬ ਅੰਮ੍ਰਿਤਸਰ ਹੁੰਦਾ ਸੀ, ਪਰ ਹੁਣ ਜਿਹੜਾ ਸਰਬੱਤ ਖਾਲਸਾ ਹੈ ਉਹ ਮੁਕਤਸਰ ਵਿਖੇ ਹੋ ਰਿਹਾ। ਤੇ ਇੱਥੇ ਇੱਕ ਫੈਸਲਾ ਲਿਆ ਜਾਂਦਾ ਹੈ, ਭਾਵੇਂ ਕਿ ਕੌਮ ਦੀ ਗਿਣਤੀ ਥੋੜ੍ਹੀ ਹੈ, ਵੀ ਸਾਨੂੰ ਅਹਿਮਦ ਸ਼ਾਹ ਅਬਦਾਲੀ ਦੇ ਨਾਲ ਜੰਗ ਕਰਨੀ ਚਾਹੀਦੀ ਹੈ। ਅਹਿਮਦ ਸ਼ਾਹ ਅਬਦਾਲੀ ਤਾਂ ਇਹ ਕਹਿ ਰਿਹਾ ਵੀ ਸਿੱਖ ਕਦੇ ਵੀ ਮੁਕਾਬਲੇ ਵਿੱਚ ਨਹੀਂ ਖੜ੍ਹੇ ਹੋਣਗੇ, ਪਰ ਜਿੰਨੇ ਕੁ ਸਿੱਖ ਬਚੇ ਆ ਉਹ ਇਹ ਸਰਬੱਤ ਖਾਲਸਾ ਕਰ ਰਹੇ ਆ, ਫੈਸਲਾ ਕਰ ਰਹੇ ਆ ਵੀ ਸਾਨੂੰ ਜੋ ਕਿ ਅਹਿਮਦ ਸ਼ਾਹ ਅਬਦਾਲੀ ਦੇ ਨਾਲ ਜੰਗ ਕਰਨੀ ਚਾਹੀਦੀ ਹੈ। 9 ਅਪ੍ਰੈਲ 1762 ਨੂੰ ਇਹ ਸਰਬੱਤ ਖਾਲਸਾ ਕਰਕੇ 10 ਅਪ੍ਰੈਲ 1762 ਨੂੰ ਸਿੱਖ ਸਰਹਿੰਦ ਤੇ ਹਮਲਾ ਕਰਦੇ ਹੈ। ਸਰਹਿੰਦ ਵਿਖੇ ਇੱਕ ਜੈਨ ਖਾਨ ਜੋ ਅਹਿਮਦ ਸ਼ਾਹ ਅਬਦਾਲੀ ਦਾ ਬਹੁਤ ਨਜ਼ਦੀਕੀ ਸੀ, ਉੱਥੋਂ ਦਾ ਹਾਕਮ ਹੈ। ਸਰਹਿੰਦ ਤੇ ਹਮਲਾ ਕੀਤਾ ਜਾਂਦਾ ਹੈ। ਜੈਨ ਖਾਨ ਆਪਣੀ ਹਾਰ ਮੰਨਦਾ ਹੈ ਤੇ ਸਿੱਖਾਂ ਨੂੰ 50,000 ਰੁਪਈਆ ਨਜ਼ਰਾਨੇ ਵਿੱਚ ਵਜੋਂ ਭੇਟਾ ਕਰਦਾ ਵੀ ਤੁਸੀਂ ਆਹ 50,000 ਰੁਪਈਆ ਨਜ਼ਰਾਨੇ ਦਾ ਲੈ ਲਓ, ਲੇਕਿਨ ਮੇਰਾ ਕਤਲ ਨਾ ਕਰੋ। ਸਿੱਖ ਸਰਹਿੰਦ ਨੂੰ ਫਤਿਹ ਕਰਕੇ 50,000 ਰੁਪਈਆ ਨਜ਼ਰਾਨੇ ਦਾ ਲੈ ਕੇ ਵਾਪਸ ਆ ਰਹੀ ਹੈ। ਵਾਪਸ ਆਉਂਦਿਆਂ ਦੇ ਉੱਪਰ ਇੱਕ ਹਾਕਮ ਹੈ ਲక్ష్ਮੀ ਰਾਮ, ਉਹਦੇ ਵੱਲੋਂ ਹਮਲਾ ਕੀਤਾ ਜਾਂਦਾ, ਉਹ ਵੀ ਮਾਰਿਆ ਜਾਂਦਾ ਸਿੱਖਾਂ ਦੇ ਹੱਥੋਂ। ਤੇ ਜੈਨ ਖਾਨ ਲਾਹੌਰ ਪਹੁੰਚਦਾ, ਅਹਿਮਦ ਸ਼ਾਹ ਅਬਦਾਲੀ ਨੂੰ ਦੱਸਦਾ ਵੀ ਜੋ ਸਿੱਖ ਹਨ ਉਹਨਾਂ ਨੇ ਸਰਹਿੰਦ ਤੇ ਹਮਲਾ ਕੀਤਾ, ਉੱਥੇ ਜਿੱਤ ਪ੍ਰਾਪਤ ਕੀਤੀ ਹੈ, 50,000 ਰੁਪਈਆ ਮੈਂ ਨਜ਼ਰਾਨੇ ਦਾ ਦੇ ਕੇ ਆਇਆ। ਅਹਿਮਦ ਸ਼ਾਹ ਅਬਦਾਲੀ ਮਨ ਦੇ ਵਿੱਚ ਇਹ ਸੋਚਦਾ ਹੈ ਵੀ ਜਿਹੜੀ ਕੌਮ ਦੇ ਬਾਰੇ ਮੈਂ ਇਹ ਅੰਦਾਜ਼ਾ ਲਾਈ ਬੈਠਾ ਵੀ ਇਹ ਕਦੇ ਵੀ ਪੈਰਾਂ 'ਤੇ ਖੜ੍ਹੇ ਨਹੀਂ ਹੋਣਗੇ, ਕਮਾਲ ਦੀ ਗੱਲ ਹੈ, ਉਹਨਾਂ ਨੇ ਮੇਰੇ ਹਾਕਮ 'ਤੇ ਜਿਹੜਾ ਬਹੁਤ ਮੇਰੇ ਨਜ਼ਦੀਕੀ ਹੈ ਉਹਦੇ ਉੱਪਰ ਹਮਲਾ ਕੀਤਾ, ਸਰਹਿੰਦ ਦੇ ਉੱਪਰ ਜਿੱਤ ਪ੍ਰਾਪਤ ਕੀਤੀ, 50,000 ਰੁਪਈਆ ਨਜ਼ਰਾਨੇ ਦਾ ਲੈ ਗਏ। ਉਹ ਬੈਠਾ ਹੀ ਮਨ ਦੇ ਵਿੱਚ ਸੋਚਦਾ। ਹੁਣ ਤਕਰੀਬਨ ਫਰਵਰੀ ਦੇ ਵਿੱਚ 9 ਫਰਵਰੀ 1762 ਨੂੰ ਵੱਡਾ ਘੱਲੂਘਾਰਾ ਹੋਇਆ। ਅਪ੍ਰੈਲ ਮਹੀਨੇ ਦੇ ਵਿੱਚ ਦੁਬਾਰੇ ਸਿੱਖਾਂ ਨੇ ਜੰਗ ਕੀਤੀ ਹੈ ਜੈਨ ਖਾਨ ਦੇ ਨਾਲ, ਜੋ ਅਹਿਮਦ ਸ਼ਾਹ ਅਬਦਾਲੀ ਦਾ ਬਹੁਤ ਨਜ਼ਦੀਕੀ ਹੈ। ਜਿਹੜੀ ਕੌਮ ਦੇ ਬਾਰੇ ਅਹਿਮਦ ਸ਼ਾਹ ਅਬਦਾਲੀ ਇਹ ਕਹਿ ਰਿਹਾ ਵੀ ਇਹ ਕਦੇ ਵੀ ਜੰਗ ਨਹੀਂ ਕਰ ਸਕਣਗੇ, ਪੈਰਾਂ 'ਤੇ ਖੜ੍ਹੇ ਨਹੀਂ ਹੋ ਸਕਣਗੇ, ਉਹ ਸਿੱਖ ਇੰਨੇ ਬਹਾਦਰ ਹੈ ਵੀ ਉਹ ਅਪ੍ਰੈਲ ਮਹੀਨੇ ਦੇ ਵਿੱਚ ਸਰਬੱਤ ਖਾਲਸਾ ਕਰਕੇ ਅਹਿਮਦ ਸ਼ਾਹ ਅਬਦਾਲੀ ਦੇ ਨਾਲ ਜੰਗ ਕਰਨ ਦੀ ਤਿਆਰੀ ਕਰ ਰਹੇ ਆ। 3 ਮਹੀਨਿਆਂ ਬਾਅਦ ਮਰਹੱਟੇ ਬਹੁਤ ਵੱਡੀ ਤਾਕਤ ਸੀ ਏਸ਼ੀਆ ਦੀ,
ਪਰ ਅਹਿਮਦ ਸ਼ਾਹ ਅਬਦਾਲੀ ਨੇ ਜੰਗ ਵਿੱਚ ਇੰਨਾ ਨੁਕਸਾਨ ਕੀਤਾ, ਦੁਬਾਰੇ ਮਰਹੱਟਿਆਂ ਨੇ ਜੰਗ ਨਹੀਂ ਕੀਤੀ ਅਹਿਮਦ ਸ਼ਾਹ ਅਬਦਾਲੀ ਦੇ ਨਾਲ। ਤੇ ਦੂਸਰੇ ਪਾਸੇ ਜੇਕਰ ਅਸੀਂ ਸਿੱਖ ਇਤਿਹਾਸ ਨੂੰ ਵਿਚਾਰੀਏ, ਸਿੱਖ 3 ਮਹੀਨਿਆਂ ਬਾਅਦ ਦੁਬਾਰੇ ਜੰਗ ਕਰਨ ਦੇ ਲਈ ਤਿਆਰ ਨੇ। ਫਿਰ ਇਸ ਤੋਂ ਬਾਅਦ ਤਕਰੀਬਨ ਨਵੰਬਰ 1762 ਅਕਤੂਬਰ ਮਹੀਨੇ ਦੇ ਵਿੱਚ ਦੁਬਾਰੇ ਸਰਬੱਤ ਖਾਲਸਾ ਕੀਤਾ ਜਾਂਦਾ ਹੈ। ਇਹ ਅੰਮ੍ਰਿਤਸਰ ਦੇ ਵਿੱਚ ਕੀਤਾ ਜਾਂਦਾ। ਅੰਮ੍ਰਿਤਸਰ ਦੇ ਵਿੱਚ ਸਰਬੱਤ ਖਾਲਸਾ ਕੀਤਾ ਜਾਂਦਾ ਹੈ। ਇਸ ਦੇ ਵਿੱਚ ਵੀ ਇਹੀ ਦੁਬਾਰੇ ਗੱਲ ਦੁਹਰਾਈ ਜਾਂਦੀ ਹੈ ਵੀ ਸਾਨੂੰ ਅਹਿਮਦ ਸ਼ਾਹ ਅਬਦਾਲੀ ਦੇ ਨਾਲ ਜੰਗ ਕਰਨੀ ਚਾਹੀਦੀ ਹੈ। ਅਹਿਮਦ ਸ਼ਾਹ ਅਬਦਾਲੀ 1762 ਫਰਵਰੀ ਦੇ ਵਿੱਚ ਆ ਗਿਆ। ਇਹ ਵਾਪਸ ਨਹੀਂ ਗਿਆ, ਇਹ ਲਾਹੌਰ ਦੇ ਵਿੱਚ ਹੀ ਬੈਠਾ ਹੈਗਾ। ਤਕਰੀਬਨ 1 ਸਾਲ ਦਾ ਸਮਾਂ ਇੱਥੇ ਗੁਜ਼ਾਰ ਕੇ ਗਿਆ। ਇੱਕ ਮੈਂ ਬੇਨਤੀ ਇਹ ਵੀ ਕਰ ਦੇਵਾਂ, 1762 ਦੇ ਘੱਲੂਘਾਰੇ ਤੋਂ ਬਾਅਦ ਇੰਨੀ ਵੱਡੀ ਗਿਣਤੀ ਦੇ ਵਿੱਚ ਸਿੱਖਾਂ ਦਾ ਨੁਕਸਾਨ ਕੀਤਾ ਗਿਆ। ਇਸ ਤੋਂ ਬਾਅਦ ਅਹਿਮਦ ਸ਼ਾਹ ਅਬਦਾਲੀ ਨੇ ਦਰਬਾਰ ਸਾਹਿਬ 'ਤੇ ਹਮਲਾ ਕੀਤਾ। ਦਰਬਾਰ ਸਾਹਿਬ 'ਤੇ ਇੰਨਾ ਭਿਆਨਕ ਹਮਲਾ ਕੀਤਾ, ਸਰੋਵਰ ਨੂੰ ਪੂਰ ਦਿੱਤਾ ਗਿਆ। ਜੋ ਗੁਰੂ ਅਰਜਨ ਸਾਹਿਬ ਜੀ ਨੇ ਇਮਾਰਤ ਬਣਾਈ ਸੀ ਦਰਬਾਰ ਸਾਹਿਬ ਦੀ, ਉਸ ਇਮਾਰਤ ਨੂੰ ਬਿਲਕੁਲ ਉਡਾ ਦਿੱਤਾ ਗਿਆ ਬਰੂਦ ਦੇ ਨਾਲ। ਇਮਾਰਤ ਨੂੰ ਨੁਕਸਾਨ ਤਾਂ ਪਹਿਲਾਂ ਵੀ ਜਹਾਨ ਖਾਨ ਨੇ 1757 ਈਸਵੀ ਦੇ ਵਿੱਚ ਪਹੁੰਚਾਇਆ ਸੀ, ਪਰ ਅਹਿਮਦ ਸ਼ਾਹ ਅਬਦਾਲੀ ਨੇ ਉਹ ਬਿਲਡਿੰਗ ਬਿਲਕੁਲ, ਇਮਾਰਤ ਬਿਲਕੁਲ ਤੈਸ਼ ਨੈਸ਼ ਕਰ ਦਿੱਤੀ, ਬਰੂਦ ਦੇ ਨਾਲ ਉਡਾ ਦਿੱਤੀ ਗਈ ਉਹ ਇਮਾਰਤ। ਤੇ ਇੱਥੇ ਹੀ ਜੋ ਦਮਦਮਾ ਸਾਹਿਬ ਵਿਖੇ ਗੁਰੂ ਗੋਬਿੰਦ ਸਿੰਘ ਜੀ ਨੇ ਭਾਈ ਮਣੀ ਸਿੰਘ ਤੋਂ ਸਰੂਪ ਲਿਖਵਾਇਆ ਸੀ, ਇਸ ਹਮਲੇ ਦੇ ਦੌਰਾਨ ਉਹ ਵੀ ਖਤਮ ਕਰ ਦਿੱਤਾ ਗਿਆ, ਸਾੜ ਦਿੱਤਾ ਗਿਆ। ਜਦੋਂ ਅਹਿਮਦ ਸ਼ਾਹ ਅਬਦਾਲੀ ਨੇ ਬਰੂਦ ਦੇ ਨਾਲ ਬਿਲਡਿੰਗ ਉਡਾਈ ਹੈ, ਉਸ ਸਮੇਂ ਉਹ ਬਿਲਡਿੰਗ ਦੇ ਵਿੱਚੋਂ ਇੱਕ ਇੱਟ, ਜਦੋਂ ਉਹ ਇਮਾਰਤ ਉੱਡੀ ਹੈਗੀ ਬਰੂਦ ਦੇ ਨਾਲ, ਇੱਕ ਇੱਟ ਹੈ ਜੋ ਇੱਕ ਰੋੜਾ ਕਹਿ ਸਕਦੇ ਹਾਂ, ਅਹਿਮਦ ਸ਼ਾਹ ਅਬਦਾਲੀ ਦੇ ਨੱਕ 'ਤੇ ਆ ਕੇ ਵੱਜਦਾ। ਅਹਿਮਦ ਸ਼ਾਹ ਅਬਦਾਲੀ ਦੇ ਵੱਲੋਂ ਬੜਾ ਹੀ ਇਲਾਜ ਕਰਵਾਇਆ ਜਾਂਦਾ ਆਪਣੇ ਨੱਕ ਦਾ, ਕਿਉਂਕਿ ਬਾਦਸ਼ਾਹ ਦੇ ਕੋਲ ਹਕੀਮ ਵੈਦ ਇਹ ਹੁੰਦੇ ਹੀ ਹੁੰਦੇ ਹਨ, ਲੇਕਿਨ ਉਹਦਾ ਇਲਾਜ ਨਹੀਂ ਹੋ ਸਕਿਆ। ਪਰ ਜੋ ਇਸ ਦੀ ਮੌਤ ਹੁੰਦੀ ਹੈ ਨਾ ਅਹਿਮਦ ਸ਼ਾਹ ਅਬਦਾਲੀ ਦੀ, ਉਹ ਇਸ ਸੱਟ ਦੇ ਨਾਲ ਨਹੀਂ ਹੁੰਦੀ, ਉਹਦਾ ਕੋਈ ਕਾਰਨ ਹੋਰ ਬਣਦਾ। ਸਾਡੇ ਵਿੱਚ ਇੱਕ ਇਹ ਇਸ ਤਰ੍ਹਾਂ ਦੀ ਮਿਥਿਆ ਵੀ ਪ੍ਰਚਲਿਤ ਹੋਈ ਹੈ ਵੀ ਜਿਨ੍ਹਾਂ ਨੇ ਵੀ ਦਰਬਾਰ ਸਾਹਿਬ 'ਤੇ ਹਮਲਾ ਕੀਤਾ ਉਹ ਕੋਈ ਵੀ ਸਨ, ਚਾਹੇ ਮੱਸਾ ਰੰਗੜ ਸੀ, ਚਾਹੇ ਅਹਿਮਦ ਸ਼ਾਹ ਅਬਦਾਲੀ ਸੀ, ਜਾਂ 1984 ਦੇ ਵਿੱਚ ਇੰਦਰਾ ਗਾਂਧੀ ਦਾ ਨਾਮ ਵੀ ਲਿਆ ਜਾਂਦਾ ਹੈ, ਵੀ ਇਹ ਸਾਰੇ 53 ਦਿਨਾਂ ਦੇ ਵਿੱਚ ਹੀ ਖਤਮ ਹੋ ਗਏ। ਪਰ ਇਹ ਗੱਲ ਮਿਥਿਆ ਹੈ, ਇਹਦੇ ਵਿੱਚ ਕੋਈ ਸੱਚਾਈ ਨਹੀਂ। ਅਹਿਮਦ ਸ਼ਾਹ ਅਬਦਾਲੀ ਨੇ 1762 ਦੇ ਵਿੱਚ ਇਮਾਰਤ ਨੂੰ ਨੁਕਸਾਨ ਪਹੁੰਚਾਇਆ ਦਰਬਾਰ ਸਾਹਿਬ ਦੇ ਨੂੰ, ਤੇ ਉਹਦੀ ਮੌਤ ਹੁੰਦੀ ਹੈ 1772 ਈਸਵੀ ਦੇ ਵਿੱਚ, 10 ਸਾਲਾਂ ਬਾਅਦ। ਇਹ ਸਾਡੇ ਵਿੱਚ ਜਿਹੜੀ ਮਿਥਿਆ ਨਾ ਵੀ 53 ਦਿਨਾਂ ਦੇ ਵਿੱਚ ਜਿਸ ਨੇ ਵੀ ਨੁਕਸਾਨ ਪਹੁੰਚਾਇਆ, ਅਕਾਲ ਤਖਤ 'ਤੇ ਹਮਲਾ ਕੀਤਾ, 53 ਦਿਨਾਂ ਵਿੱਚ ਖਤਮ ਹੋ ਗਿਆ, ਨਹੀਂ ਖਤਮ ਹੁੰਦਾ। ਇਹ ਮਿਥਿਆ ਹੈ, ਸਿਰਫ ਇੱਕ ਐਵੇਂ ਗੱਲ ਪ੍ਰਚਲਿਤ ਹੈ। ਅਹਿਮਦ ਸ਼ਾਹ ਅਬਦਾਲੀ ਤਾਂ 1772 ਈਸਵੀ ਦੇ ਵਿੱਚ ਮਰੇਗਾ। ਇਹ ਉਹਦਾ ਤਕਰੀਬਨ 5ਵਾਂ 6ਵਾਂ ਹਮਲਾ ਹੈ, 11 ਹਮਲੇ ਕਰਨੇ ਆ ਉਹਨੇ। ਇਹ ਪ੍ਰਚਲਿਤ ਹੋ ਜਾਂਦੀਆਂ ਗੱਲਾਂ। ਆਖਰ ਇਸ ਨੇ ਦਰਬਾਰ ਸਾਹਿਬ ਦੀ ਇਮਾਰਤ ਨੂੰ ਵੀ ਬਿਲਕੁਲ ਤੈਸ਼ ਨੈਸ਼ ਕਰ ਦਿੱਤਾ, ਕੌਮ ਦਾ ਵੀ ਨੁਕਸਾਨ ਕੀਤਾ, ਤੇ ਜੋ ਗੁਰੂ ਗੋਬਿੰਦ ਸਿੰਘ ਜੀ ਵੱਲੋਂ ਲਿਖਵਾਇਆ ਹੋਇਆ ਸਰੂਪ ਸੀ ਜਿਸ ਨੂੰ ਦਮਦਮੀ ਬੀੜ ਕਿਹਾ ਜਾਂਦਾ ਸੀ, ਉਹ ਵੀ ਇਸ ਹਮਲੇ ਦੇ ਵਿੱਚ ਅਗਨ ਭੇਟ ਹੋ ਗਈ, ਉਸ ਨੂੰ ਵੀ ਸਾੜ ਦਿੱਤਾ ਗਿਆ।
ਨਵੰਬਰ ਦੇ ਵਿੱਚ ਸਿੱਖ ਸਰਬੱਤ ਖਾਲਸਾ ਕਰਦੇ ਹੈ। ਅਹਿਮਦ ਸ਼ਾਹ ਅਬਦਾਲੀ ਦੇ ਨਾਲ ਸਾਨੂੰ ਜੰਗ ਕਰਨੀ ਚਾਹੀਦੀ ਹੈ। ਉਸਨੇ ਸਾਡਾ ਬਹੁਤ ਜ਼ਿਆਦਾ ਨੁਕਸਾਨ ਕੀਤਾ। ਇਹ ਦਰਬਾਰ ਸਾਹਿਬ ਅੰਮ੍ਰਿਤਸਰ ਵਿਖੇ ਸਰਬੱਤ ਖਾਲਸਾ ਕੀਤਾ ਜਾਂਦਾ ਹੈ ਨਵੰਬਰ ਦੇ ਮਹੀਨੇ ਦੇ ਵਿੱਚ। ਅਹਿਮਦ ਸ਼ਾਹ ਅਬਦਾਲੀ ਨੂੰ ਪਤਾ ਚੱਲਦਾ ਹੈ ਵੀ ਸਿੱਖ ਮੇਰੇ ਨਾਲ ਜੰਗ ਕਰਨ ਦੇ ਲਈ ਤਿਆਰੀ ਕਰ ਰਹੇ ਹੈ। ਉਹ ਲਾਹੌਰ ਤੋਂ ਚੱਲ ਕੇ ਦਰਬਾਰ ਸਾਹਿਬ ਤੋਂ 6 ਕਿਲੋਮੀਟਰ ਦੀ ਦੂਰੀ 'ਤੇ ਆਪਣਾ ਟਿਕਾਣਾ ਕਰਦਾ। ਸਿੱਖ ਦਰਬਾਰ ਸਾਹਿਬ ਹਨ, ਉਹ 6 ਕਿਲੋਮੀਟਰ ਦੂਰ ਆਪਣਾ ਟਿਕਾਣਾ ਕਰ ਲਿਆ ਅਤੇ ਉਸ ਨੇ ਆਪਣੇ ਏਲਚੀ ਭੇਜੇ ਸਿੱਖਾਂ ਦੇ ਕੋਲ। ਏਲਚੀ ਵਿਚੋਲੇ ਨੂੰ ਕਿਹਾ ਜਾਂਦਾ, ਜਿਹੜਾ ਸੁਨੇਹਾ ਲੈ ਕੇ ਜਾ ਰਿਹਾ। ਏਲਚੀ ਭੇਜੇ, ਉਹਨਾਂ ਦੇ ਰਾਹੀਂ ਸਿੱਖਾਂ ਨੂੰ ਇਹ ਸੁਨੇਹਾ ਭੇਜਿਆ ਵੀ ਮੈਂ ਤੁਹਾਡੀ ਕੌਮ ਤੈਸ਼ ਨੈਸ਼ ਕਰ ਦਿੱਤੀ ਹੈ। ਜਿਹੜਾ ਨੁਕਸਾਨ ਮੈਂ ਕੀਤਾ ਤੁਹਾਡਾ ਮਲੇਰਕੋਟਲੇ ਦੀ ਜਗ੍ਹਾ 'ਤੇ, ਇਸ ਅਸਥਾਨ 'ਤੇ, ਇਹ ਤੁਹਾਡੇ ਤੋਂ ਛੁਪਿਆ ਹੋਇਆ ਨਹੀਂ। ਇਹ ਤੁਹਾਨੂੰ ਵੀ ਪਤਾ ਹੈ ਵੀ ਸਾਡਾ ਕਿੰਨਾ ਨੁਕਸਾਨ ਕੀਤਾ ਅਹਿਮਦ ਸ਼ਾਹ ਅਬਦਾਲੀ ਨੇ। ਮੈਂ ਤੁਹਾਡਾ ਇੰਨਾ ਵੱਡਾ ਨੁਕਸਾਨ ਕਰ ਦਿੱਤਾ ਹੈ, ਅਤੇ ਜੇ ਮੈਂ ਇੱਕ ਹੋਰ ਝਪਟ ਮਾਰੀ ਨਾ, ਇੱਕ ਹੋਰ ਹਮਲਾ ਕੀਤਾ, ਅਤੇ ਤੁਹਾਨੂੰ ਬਿਲਕੁਲ ਨੇਸਤੋਂ ਨਾਬੂਦ ਕਰ ਦੇਵਾਂਗਾ, ਇਸ ਧਰਤੀ ਤੋਂ ਬਿਲਕੁਲ ਖਤਮ ਕਰ ਦੇਵਾਂਗਾ। ਅਤੇ ਇਸ ਕਰਕੇ ਮੇਰੀ ਇੱਕ ਤੁਹਾਨੂੰ ਸਲਾਹ ਹੈ ਵੀ ਮੈਂ ਤੁਹਾਡੇ 'ਤੇ ਕੋਈ ਹਮਲਾ ਨਹੀਂ ਕਰਾਂਗਾ। ਤੁਸੀਂ ਮੇਰੀ ਈਨ ਮੰਨ ਲਓ, ਮੇਰੀ ਗੁਲਾਮੀ ਨੂੰ ਕਬੂਲ ਕਰ ਲਵੋ। ਇਹ ਏਲਚੀ ਸੁਨੇਹਾ ਲੈ ਕੇ ਆਏ। ਸਿੱਖਾਂ ਨੇ ਉਹਨਾਂ ਏਲਚੀਆਂ ਨੂੰ ਬਿਠਾਇਆ ਵੀ ਚਲੋ ਜੋ ਵੀ ਅਹਿਮਦ ਸ਼ਾਹ ਅਬਦਾਲੀ ਨੇ ਸੁਨੇਹਾ ਭੇਜਿਆ ਤੁਸੀਂ ਸਾਨੂੰ ਦੱਸ ਦਿੱਤਾ ਵੀ ਉਹ ਕਹਿ ਰਿਹਾ ਵੀ ਸਿੱਖ ਮੇਰੀ ਈਨ ਮੰਨ ਲੈਣ, ਮੇਰੀ ਗੁਲਾਮੀ ਕਬੂਲ ਕਰ ਲੈਣ, ਮੈਂ ਹਮਲਾ ਨਹੀਂ ਕਰਾਂਗਾ। ਏਲਚੀਆਂ ਨੂੰ ਕਿਹਾ ਗਿਆ ਸਿੱਖਾਂ ਦੇ ਵੱਲੋਂ ਵੀ ਅਹਿਮਦ ਸ਼ਾਹ ਅਬਦਾਲੀ ਨੂੰ ਜਾ ਕੇ ਇੱਕ ਗੱਲ ਸਮਝਾ ਦੀ ਵੀ ਜੋ ਸਿੱਖ ਹਨ ਉਹ ਕੇਵਲ ਦੋ ਹੀ ਸ਼ਖਸੀਅਤਾਂ ਦੀ ਈਨ ਮੰਨਦੇ ਹੈ, ਦੋ ਹੀ ਸ਼ਖਸੀਅਤਾਂ ਦੀ ਗੁਲਾਮੀ ਕਰਦੇ ਹੈ। ਇੱਕ ਅਕਾਲ ਪੁਰਖ ਵਾਹਿਗੁਰੂ ਦੀ ਗੁਲਾਮੀ ਕਰਦੇ ਹਾਂ ਅਸੀਂ, ਅਕਾਲ ਪੁਰਖ ਵਾਹਿਗੁਰੂ ਦੇ ਅਧੀਨ ਹਾਂ। ਇੱਕ ਅਸੀਂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ, ਹੋਰ ਅਸੀਂ ਕਿਸੇ ਦੀ ਈਨ ਨਹੀਂ ਮੰਨਦੇ। ਅਸੀਂ ਹਮਲਾ ਕਰਾਂਗੇ, ਜੰਗ ਕਰਾਂਗੇ, ਜੰਗ ਦੇ ਵਿੱਚ ਭਾਵੇਂ ਅਸੀਂ ਖਤਮ ਹੋ ਜਾਈਏ ਅਤੇ ਭਾਵੇਂ ਅਹਿਮਦ ਸ਼ਾਹ ਅਬਦਾਲੀ ਨੂੰ ਹਰਾ ਦਈਏ। ਆਖਰ ਜਦੋਂ ਇਸ ਤਰ੍ਹਾਂ ਸਿੱਖ ਈਨ ਨਹੀਂ ਮੰਨਦੇ, ਅਹਿਮਦ ਸ਼ਾਹ ਅਬਦਾਲੀ ਦੇ ਨਾਲ ਅੰਮ੍ਰਿਤਸਰ ਤੋਂ 6 ਕਿਲੋਮੀਟਰ ਦੀ ਦੂਰੀ 'ਤੇ ਜੰਗ ਲੜੀ ਜਾਂਦੀ ਹੈ ਸਿੱਖਾਂ ਦੇ ਵੱਲੋਂ। ਅਤੇ ਇਸ ਜੰਗ ਦੇ ਦੌਰਾਨ ਸਿੱਖਾਂ ਨੂੰ ਅਹਿਮਦ ਸ਼ਾਹ ਅਬਦਾਲੀ ਦੇ ਪ੍ਰਤੀ ਬਹੁਤ ਜ਼ਿਆਦਾ ਰੋਸ ਹੈ, ਕਿਉਂਕਿ ਉਹਨੇ ਸਿੱਖ ਬੱਚੇ ਵੀ ਸ਼ਹੀਦ ਕੀਤੇ ਹੈ, ਔਰਤਾਂ ਵੀ ਸ਼ਹੀਦ ਕੀਤੀਆਂ, ਬਜ਼ੁਰਗ ਵੀ ਸ਼ਹੀਦ ਕੀਤੇ ਹੈ, ਦਰਬਾਰ ਸਾਹਿਬ ਦੀ ਇਮਾਰਤ ਨੂੰ ਵੀ ਨੁਕਸਾਨ ਪਹੁੰਚਾਇਆ, ਦਮਦਮੀ ਬੀੜ ਨੂੰ ਵੀ ਅਗਨ ਭੇਟ ਕੀਤਾ। ਸਿੱਖ ਇਹ ਸਾਰੀਆਂ ਗੱਲਾਂ ਯਾਦ ਕਰ ਕਰਕੇ ਇੰਨੇ ਵਧੀਆ ਤਰੀਕੇ ਦੇ ਨਾਲ ਜੰਗ ਕਰਦੇ ਆ ਵੀ ਜੋ ਅਹਿਮਦ ਸ਼ਾਹ ਅਬਦਾਲੀ ਦੀ ਫੌਜ ਆ ਉਹਦੇ ਆਹੂ ਲਾ ਦਿੰਦੇ ਆ। ਅਹਿਮਦ ਸ਼ਾਹ ਅਬਦਾਲੀ ਸਿੱਖਾਂ ਤੋਂ ਡਰਦਾ ਹੋਇਆ ਇਸ ਹਮਲੇ ਦੇ ਵਿੱਚ, ਵੀ ਇੰਨਾ ਜ਼ਬਰਦਸਤ ਜੰਗ ਸੀਗਾ, ਸਿੱਖਾਂ ਵੱਲੋਂ ਇੰਨਾ ਤੇਜ਼ੀ ਦੇ ਨਾਲ ਹਮਲਾ ਕੀਤਾ, ਕਿਉਂਕਿ ਸਿੱਖਾਂ ਨੂੰ ਰੋਸ ਹੀ ਬਹੁਤ ਜ਼ਿਆਦਾ। ਉਹ ਯਾਦ ਕਰ ਕਰਕੇ ਨਾ ਵੀ ਬੱਚੇ ਕਿਵੇਂ ਤੜਫ ਰਹੇ ਸਨ ਸਾਡੀਆਂ ਅੱਖਾਂ ਦੇ ਸਾਹਮਣੇ, ਕਿਵੇਂ ਇਮਾਰਤ ਨੂੰ ਢਾਹ ਦਿੱਤਾ ਗਿਆ, ਕਿਵੇਂ ਸਰੂਪ ਨੂੰ ਅਗਨ ਭੇਟ ਕਰ ਦਿੱਤਾ ਗਿਆ। ਸਿੱਖਾਂ ਨੇ ਉਹ ਆਹੂ ਲਾਹੇ ਵੀ ਅਹਿਮਦ ਸ਼ਾਹ ਅਬਦਾਲੀ ਰਾਤ ਦੇ ਹਨੇਰੇ ਦੇ ਵਿੱਚ ਦੌੜ ਕੇ ਲਾਹੌਰ ਵਿੱਚ ਲੁਕ ਗਿਆ, ਜਾ ਕੇ ਲਾਹੌਰ ਦੇ ਵਿੱਚ ਜਾ ਕੇ ਬੈਠ ਗਿਆ। ਸਿੱਖਾਂ ਦੀ ਇਸ ਜੰਗ ਦੇ ਵਿੱਚ ਜਿੱਤ ਹੋਈ। ਅਹਿਮਦ ਸ਼ਾਹ ਅਬਦਾਲੀ ਦੇ ਮਨ ਵਿੱਚ ਜੋ ਇਹ ਭੁਲੇਖਾ ਸੀ ਨਾ ਵੀ ਸਿੱਖ ਤਾਂ ਕਦੇ ਵੀ ਪੈਰਾਂ 'ਤੇ ਖੜੇ ਨਹੀਂ ਹੋ ਸਕਣਗੇ, ਤਕਰੀਬਨ 6 ਮਹੀਨਿਆਂ ਦੇ ਵਿੱਚ ਅਹਿਮਦ ਸ਼ਾਹ ਅਬਦਾਲੀ ਨੂੰ ਜੰਗ ਦੇ ਵਿੱਚ ਹਰਾ ਦਿੱਤਾ। ਅਤੇ ਅਹਿਮਦ ਸ਼ਾਹ ਅਬਦਾਲੀ ਇਸ ਜੰਗ ਹਾਰਨ ਤੋਂ ਬਾਅਦ 1762 ਦੇ ਅਖੀਰ ਦੇ ਵਿੱਚ, ਨਵੰਬਰ ਦੇ ਵਿੱਚ ਇਹ ਜੰਗ ਹੁੰਦੀ ਹੈ,
ਦਸੰਬਰ ਮਹੀਨੇ ਦੇ ਵਿੱਚ ਉਹ ਵਾਪਸ ਅਫਗਾਨਿਸਤਾਨ ਚਲਿਆ ਜਾਂਦਾ। ਸਿੱਖ ਹਨ ਪੰਜਾਬ ਦੇ ਵਿੱਚ ਵੱਡੀ ਤਾਕਤ। ਅਹਿਮਦ ਸ਼ਾਹ ਅਬਦਾਲੀ ਵਾਪਸ ਚਲਿਆ ਗਿਆ। ਸਿੱਖਾਂ ਨੇ ਸਰਹੰਦ 'ਤੇ ਕਬਜ਼ਾ ਕੀਤਾ ਸਭ ਤੋਂ ਪਹਿਲਾਂ, ਫਿਰ ਮਰਿੰਡੇ 'ਤੇ ਹਮਲਾ ਕਰਕੇ ਉਸ ਨੂੰ ਜਿੱਤਿਆ, ਅਤੇ ਹੋਰ ਵੀ ਬਹੁਤ ਸਾਰੇ ਇਲਾਕੇ ਆ ਜਿਹੜੇ ਉਹਨਾਂ ਦੇ ਉੱਪਰ ਸਿੱਖ ਆਪ ਕਾਬਜ ਹੋ ਗਏ ਹੈ। ਬਾਕੀ ਦੀ ਵਿਚਾਰ ਆਪਾਂ ਕੱਲ੍ਹ ਨੂੰ ਕਰਾਂਗੇ, ਕਿਉਂਕਿ ਅਹਿਮਦ ਸ਼ਾਹ ਅਬਦਾਲੀ 1763 ਦੇ ਵਿੱਚ ਫੇਰ ਹਮਲਾ ਕਰੇਗਾ। ਇਹਨੇ 11 ਹਮਲੇ ਕੀਤੇ ਹੈ, ਤਕਰੀਬਨ ਇਹ 4-5 ਹਮਲੇ ਹਜੇ ਹੋਰ ਕਰੇਗਾ, ਭਾਵੇਂ ਕਿ ਉਹ ਇਸ ਜੰਗ ਦੇ ਵਿੱਚੋਂ ਹਾਰ ਕੇ ਵਾਪਸ ਚਲਿਆ ਗਿਆ ਹੈਗਾ। ਇੱਕ ਮੈਂ ਜਾਂਦਾ ਹੋਇਆ ਹੋਰ ਤੁਹਾਡੇ ਨਾਲ ਘਟਨਾ ਦੀ ਸਾਂਝ ਪਾ ਜਾਵਾਂ। ਅਹਿਮਦ ਸ਼ਾਹ ਅਬਦਾਲੀ ਜਦੋਂ ਰੁਕਿਆ ਹੋਇਆ ਨਾ ਲਾਹੌਰ ਦੇ ਵਿੱਚ, ਵੱਡੇ ਘੱਲੂਘਾਰੇ ਤੋਂ ਬਾਅਦ ਸਿੱਖ ਗਏ ਸਨ ਆਲਾ ਸਿੰਘ ਦੇ ਕੋਲ ਵੀ ਸਾਡੀ ਮਦਦ ਕਰ, ਉਹਨੇ ਮਦਦ ਨਹੀਂ ਕੀਤੀ, ਅਹਿਮਦ ਸ਼ਾਹ ਅਬਦਾਲੀ ਤੋਂ ਡਰਦੇ ਹੋਏ ਨੇ। ਉਸ ਤੋਂ ਬਾਅਦ ਅਹਿਮਦ ਸ਼ਾਹ ਅਬਦਾਲੀ ਆਲਾ ਸਿੰਘ 'ਤੇ ਹਮਲਾ ਕਰਦਾ ਹੈ। ਆਲਾ ਸਿੰਘ ਦੇ ਕੋਲ ਸੁਨੇਹਾ ਭੇਜਿਆ ਜਾਂਦਾ ਵੀ ਅਹਿਮਦ ਸ਼ਾਹ ਅਬਦਾਲੀ ਦੇ ਦਰਬਾਰ ਦੇ ਵਿੱਚ ਜਾ ਕੇ ਤੂੰ ਪੇਸ਼ ਹੋ, ਨਹੀਂ ਤੇਰੇ 'ਤੇ ਹਮਲਾ ਕੀਤਾ ਜਾਵੇਗਾ। ਅਹਿਮਦ ਸ਼ਾਹ ਅਬਦਾਲੀ ਵੱਲੋਂ ਆਲਾ ਸਿੰਘ ਨੂੰ ਇਹ ਸੁਨੇਹਾ ਕਿਉਂ ਪਹੁੰਚਾਇਆ ਜਾਂਦਾ ਵੀ ਦਰਬਾਰ ਦੇ ਵਿੱਚ ਪੇਸ਼ ਹੋਵੇ? ਉਹਨੇ ਤਾਂ ਸਿੱਖਾਂ ਦੀ ਮਦਦ ਵੀ ਨਹੀਂ ਕੀਤੀ। ਅਸਲ ਦੇ ਵਿੱਚ ਆਲਾ ਸਿੰਘ ਨੇ ਮਰਹੱਟਿਆਂ ਦੀ ਮਦਦ ਕੀਤੀ ਸੀ। ਜੋ ਪਾਣੀਪਤ ਦੀ ਲੜਾਈ ਹੋਈ ਹੈ ਉਸ ਦੇ ਸੰਬੰਧ ਦੇ ਵਿੱਚ ਇਹਨੂੰ ਸੁਨੇਹਾ ਭੇਜਿਆ ਗਿਆ ਵੀ ਮੇਰੇ ਦਰਬਾਰ ਦੇ ਵਿੱਚ ਪੇਸ਼ ਹੋਵੇ, ਅਤੇ ਨਾਲ ਸ਼ਰਤ ਇਹ ਰੱਖੀ ਗਈ ਵੀ ਆਲਾ ਸਿੰਘ ਜਦੋਂ ਦਰਬਾਰ ਦੇ ਵਿੱਚ ਪੇਸ਼ ਹੋਵੇਗਾ ਨਾ, ਉਹ ਆਪਣੀ ਦਾੜੀ ਦੇ ਕੇਸ ਅਤੇ ਸਿਰ ਦੇ ਕੇਸ ਕਟਾ ਕੇ ਆਵੇ। ਅਹਿਮਦ ਸ਼ਾਹ ਅਬਦਾਲੀ ਦੇ ਵੱਲੋਂ ਇਹ ਸ਼ਰਤ ਰੱਖੀ ਗਈ, ਅਤੇ ਆਲਾ ਸਿੰਘ ਨੇ ਉਹਨਾਂ ਜੋ ਸੁਨੇਹਾ ਲੈ ਕੇ ਆਏ, ਜਦੋਂ ਉਹਨਾਂ ਨੇ ਦੱਸਿਆ ਵੀ ਇਹ ਸ਼ਰਤ ਹੈ, ਕੇਸ ਕਟਾ ਕੇ ਜਾਣਾ ਅਤੇ ਦਰਬਾਰ ਦੇ ਵਿੱਚ ਪੇਸ਼ ਹੋਣਾ, ਜੇ ਨਹੀਂ ਪੇਸ਼ ਹੋਵੋਗੇ ਤਾਂ ਅਹਿਮਦ ਸ਼ਾਹ ਅਬਦਾਲੀ ਵੱਲੋਂ ਤੁਹਾਡੀ ਰਿਆਸਤ ਦੇ ਉੱਪਰ ਹਮਲਾ ਕੀਤਾ ਜਾਵੇਗਾ। ਜਦੋਂ ਇਹ ਸਾਰੀਆਂ ਗੱਲਾਂ ਦੱਸੀਆਂ ਜਾਂਦੀਆਂ, ਆਲਾ ਸਿੰਘ ਉਹਨਾਂ ਏਲਚੀਆਂ ਨੂੰ ਇੱਕ ਗੱਲ ਕਹਿੰਦਾ ਵੀ ਮੈਨੂੰ ਕੋਈ ਰਿਆਇਤ ਦੇ ਦਿਓ, ਕੋਈ ਹੋਰ ਰਿਆਇਤ ਵੀ ਜੇ ਮੈਂ ਕੇਸ ਨਾ ਕਟਾਵਾਂ। ਅਤੇ ਫਿਰ ਉਸ ਸਮੇਂ ਇਹ ਰਿਆਇਤ ਦਿੱਤੀ ਜਾਂਦੀ ਹੈ ਵੀ ਜੇ ਕੇਸ ਰੱਖ ਕੇ ਜਾਣਾ ਹੈ ਨਾ, ਵੀ ਕੇਸ ਨਹੀਂ ਕਟਾ ਕੇ ਜਾਣੇ, ਅਤੇ 1.25 ਲੱਖ ਰੁਪਈਆ ਜਿਹੜਾ ਉਹ ਤੁਹਾਨੂੰ ਭਰਨਾ ਪਵੇਗਾ। ਇਹ ਆਲਾ ਸਿੰਘ ਨੇ ਇੱਥੇ ਬਹੁਤ ਵਧੀਆ ਫੈਸਲਾ ਕੀਤਾ, ਕੇਸ ਨਹੀਂ ਕਟਾਏ, ਆਪਣੇ ਕੇਸਾਂ ਦੇ ਬਦਲੇ 1.25 ਲੱਖ ਰੁਪਈਆ ਅਹਿਮਦ ਸ਼ਾਹ ਅਬਦਾਲੀ ਨੂੰ ਦਿੱਤਾ, ਅਤੇ 5 ਲੱਖ ਰੁਪਈਆ ਇਸ ਨੂੰ ਜੁਰਮਾਨਾ ਕੀਤਾ ਗਿਆ ਸੀ ਅਹਿਮਦ ਸ਼ਾਹ ਅਬਦਾਲੀ ਵੱਲੋਂ ਵੀ ਤੂੰ ਰਾਜਪੂਤਾਂ ਦੀ ਮਰਹੱਟਿਆਂ ਦੀ ਮਦਦ ਕੀਤੀ ਹੈ ਜੰਗ ਦੇ ਵਿੱਚ। ਇਹਨੇ ਤਕਰੀਬਨ 6.25 ਲੱਖ ਰੁਪਈਆ ਅਹਿਮਦ ਸ਼ਾਹ ਅਬਦਾਲੀ ਨੂੰ ਦਿੱਤਾ। ਇੱਥੇ ਆਲਾ ਸਿੰਘ ਨੇ ਵਧੀਆ ਫੈਸਲਾ ਲਿਆ ਵੀ ਉਹਨੇ ਆਪਣੇ ਕੇਸ ਨਹੀਂ ਕਟਵਾਏ, ਰੁਪਈਏ ਆਪਣੇ ਵੱਲੋਂ ਬਹੁਤ ਵੱਡੀ ਰਕਮ ਹੈ ਜਿਹੜੀ ਉਹ ਅਦਾ ਕਰ ਦਿੱਤੀ ਗਈ ਸੀ। ਸੋ ਇੰਨੀਆਂ ਬੇਨਤੀਆਂ ਪ੍ਰਵਾਨ ਕਰਨੀਆਂ। ਆਪ ਸਰਬੱਤ ਸੰਗਤਾਂ ਦਾ ਧੰਨਵਾਦ। ਹੋਈਆਂ ਭੁੱਲਾਂ ਦੀ ਖਿਮਾ ਬਖਸ਼ਣੀ। ਬੁਲਾਓ ਫਤਿਹ। ਵਾਹਿਗੁਰੂ।